Like the video, subscribe to the channel and press the bell icon for latest video updates. ਦੇਖੋ ਹਾਕੀ ਦੇ ਵਿੱਚ ਮੈਂ ਪਹਿਲਾ ਆਈਪੀਐਸ ਐਜ਼ ਹਾਕੀ ਓਲੰਪੀਅਨ ਆਈਜੀ ਬਣਿਆ ਅੱਛਾ ਜੀ। ਕਿਉਂਕਿ ਔਰ ਹਾਕੀ ਦੇ ਵਿੱਚ ਹਾਕੀ ਵਿੱਚ ਕੀ ਮੈਂ ਐਜ਼ ਓਲੰਪੀਅਨ ਪਹਿਲਾ ਐਸਐਸਪੀ ਵੀ ਮੈਂ ਹੀ ਲੱਗਾ ਸੀਗਾ। ਅੱਛਾ ਅੱਛਾ ਕਈ ਤਰ੍ਹਾਂ ਦੀਆਂ ਚੀਜ਼ਾਂ ਆ ਔਰ ਪਹਿਲਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਅਵਾਰਡ ਸ਼ੁਰੂ ਹੋਇਆ ਸੀ ਜਦੋਂ ਸਟੇਟ ਦਾ, ਉਹ ਵੀ ਪਹਿਲਾਂ ਇੱਕੋ ਹੀ ਹਾਕੀ ਪਲੇਅਰ ਨੂੰ ਮਿਲਿਆ ਸੀ ਤੇ ਮੈਨੂੰ ਮਿਲਿਆ ਸੀਗਾ। ਔਰ ਇਸ ਤਰ੍ਹਾਂ ਬਹੁਤ ਸਾਰੀਆਂ ਗੱਲਾਂ ਆ ਜਿਹੜੀਆਂ ਕੋਈ ਨਾ ਕੋਈ ਸਮੇਂ ਤੇ ਜਿਹੜੀਆਂ ਵਾਹਿਗੁਰੂ ਨੇ ਮੇਰੀ ਝੋਲੀ 'ਚ ਪਾਈਆਂ ਪਹਿਲਾਂ। ਦੇਖੋ ਸਭ ਤੋਂ ਵੱਡੀ ਚੁਣੌਤੀ ਜਿਹੜੀ ਆ ਨਾ ਬੇਰੁਜ਼ਗਾਰੀ ਹਾਂਜੀ ਇੱਕ ਨੰਬਰ ਤੇ ਆ ਉਹ। ਹਾਂਜੀ। ਔਰ ਸਭ ਤੋਂ ਹੋਰ ਵੱਡੀ ਚੁਣੌਤੀ ਕੀ ਆ ਕਿ ਐਜੂਕੇਸ਼ਨ ਸਿਸਟਮ, ਹੈਲਥ ਸਿਸਟਮ ਜੀ ਔਰ ਜਿਹੜੇ ਮਾਫੀਆ ਇੱਥੇ ਚੱਲ ਰਹੇ ਰਾਜ, ਜਿੱਦਾਂ ਤੁਸੀਂ ਲੈ ਲਓ ਰੇਤ ਮਾਫੀਆ ਆ, ਲੈਂਡ ਮਾਫੀਆ ਔਰ ਇਹ ਸ਼ਰਾਬ ਮਾਫੀਆ ਵੀ ਹੈ, ਡਰੱਗ ਮਾਫੀਆ ਵੀ ਆ। ਸ਼ਰਾਬ। ਹਾਂਜੀ। ਇਹਨਾਂ ਚੀਜ਼ਾਂ ਨੂੰ ਤੁਸੀਂ ਕੋਈ ਵੱਡੀ ਗੱਲ ਨਹੀਂ ਹੈਗੀ, ਸਰਕਾਰ ਦੀਆਂ ਇਹ ਗਲਤ ਨੀਤੀਆਂ ਆ ਜਾਂ ਬਦਨੀਤੀ ਕਹਿ ਲਓ ਤੁਸੀਂ। ਸਰਕਾਰ ਦੀ ਬਦਨੀਤੀ ਮੈਂ ਤਾਂ ਕਹਿਣਾ ਕਿ ਸਰਕਾਰ ਜਦੋਂ ਆਈ ਨੂੰ, ਹੁਣ ਤੁਸੀਂ ਮੈਂ ਐਗਜ਼ਾਮਪਲ ਦਿੰਦਾ ਕਿ 4 ਸਾਲ ਹੋ ਗਏ ਕਾਂਗਰਸ ਨੂੰ ਆਇਆ। ਹਾਂਜੀ। ਔਰ ਇਹ ਕਹਿੰਦੇ ਜੀ ਸਾਡੀਆਂ ਪਾਲਿਸੀਆਂ ਬਣਨੀਆਂ ਜੀ, ਪਾਲਿਸੀਆਂ ਲਾਗੂ ਕਰਨੀਆਂ। ਸਪੈਸ਼ਲੀ ਮੈਂ ਕਹਿੰਦਾ ਕਿ ਰੇਤ ਪਾਲਿਸੀ ਨਹੀਂ ਜਿਹੜੀ ਬਣਾ ਸਕੀ ਸਰਕਾਰ, ਉਹ ਸਰਕਾਰ ਲੋਕਾਂ ਨੂੰ ਕੀ ਦੇਗੀ। ਔਰ ਮੈਨੂੰ ਸ਼ਰਮ ਦੇ ਨਾਲ ਇਹ ਕਹਿਣਾ ਪੈਂਦਾ ਕਿ ਜੇ ਰੇਤ ਜਿਹੜੀ ਆ ਉਹ ਸਾਡੇ ਥਾਣਿਆਂ ਦੇ ਵਿੱਚ ਕੇਸ ਪ੍ਰੋਪਰਟੀ ਹੋਵੇ ਤੇ ਉਸ ਸਰਕਾਰ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ। ਦਰਸ਼ਕੋ, ਇਹ ਫੋਟੋ ਨੂੰ ਤੁਸੀਂ ਪਹਿਚਾਣਦੇ ਹੋ। ਸਰ ਸੁਰਿੰਦਰ ਸਿੰਘ ਸੋਢੀ, ਹਰਮਨ ਪਿਆਰੇ ਓਲੰਪੀਅਨ, ਪੰਜਾਬ ਪੁਲਿਸ ਦੇ ਆਈਜੀ ਰਹੇ ਹੈਗੇ ਆ। ਬਹੁਤ ਸਾਰੇ ਖੇਡ ਅਚੀਵਮੈਂਟਸ ਇਹਨਾਂ ਦੇ ਨਾਂ ਤੇ ਹੈਗੇ ਆ। ਅੱਜ ਅਸੀਂ ਇਹਨਾਂ ਦੇ ਘਰ ਆਏ ਹੈਗੇ। ਡਰਾਇੰਗ ਰੂਮ ਵਿੱਚ ਇਹਨਾਂ ਦੀ ਪੂਰੀ ਜਿਹੜੀ ਪਰਸਨੈਲਿਟੀ ਦੀ ਝਲਕ ਆਉਂਦੀ ਹੈਗੀ ਆ। ਹਾਲ ਹੀ ਵਿੱਚ ਉਹ ਰਿਟਾਇਰਮੈਂਟ ਤੋਂ ਬਾਅਦ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈਗੀ ਆ। ਦੋਨੋਂ ਵਿਸ਼ਿਆਂ 'ਤੇ ਗੱਲਬਾਤ ਕਰਾਂਗੇ। ਇਹਨਾਂ ਦਾ ਸਪੋਰਟਸ ਖੇਤਰ। ਸਰ ਸੋਢੀ ਸਾਹਿਬ, ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ 'ਤੇ। ਸਾਡੇ ਦਰਸ਼ਕਾਂ ਨੂੰ ਪਹਿਲਾਂ ਦੱਸੋ, ਸਪੋਰਟਸ ਦੇ ਖੇਤਰ 'ਚ ਸੋਢੀ ਸਾਹਿਬ ਕਿਵੇਂ ਤੁਹਾਡਾ ਜ਼ਿੰਦਗੀ ਦਾ ਸਫ਼ਰ ਸ਼ੁਰੂ ਹੋਇਆ ਹੈਗਾ? ਭਾਰਤ ਜੀ, ਤੁਸੀਂ ਜਾਣਦੇ ਹੀ ਤਕਰੀਬਨ ਮੈਂ ਜਲੰਧਰ ਦੇ ਵਿੱਚ ਰਿਹਾ ਬਚਪਨ ਤੋਂ। ਪਹਿਲਾਂ ਪਿੰਡ ਗੁਣਾ ਚੌਰ ਸੀਗਾ। ਹਾਂਜੀ। ਉੱਥੋਂ ਅਸੀਂ ਜਲੰਧਰ ਆ ਗਏ। ਤੀਸਰੀ ਕਲਾਸ ਦੇ ਵਿੱਚ ਮੈਂ ਜਲੰਧਰ ਆ ਗਿਆ ਹੈਗਾ। ਅੱਛਾ ਜੀ। ਔਰ ਜਿਸ ਤਰ੍ਹਾਂ ਇੱਥੇ ਹਾਕੀ ਦਾ ਬੜਾ ਗੜ੍ਹ ਮੰਨਿਆ ਜਾਂਦਾ ਜਲੰਧਰ ਨੂੰ। ਹਾਂਜੀ। ਕਿਉਂਕਿ ਇੱਥੇ ਲਾਗੇ ਸੰਸਾਰਪੁਰ ਪਿੰਡ ਆ। ਜੀ। ਤੇ ਫਿਰ ਮੈਨੂੰ ਹਾਕੀ ਦਾ ਸ਼ੌਂਕ ਪਿਆ ਇੱਥੇ ਆ ਕੇ। ਅੱਛਾ ਜੀ। ਔਰ ਹਾਕੀ ਦੇ ਵਿੱਚ ਮੈਂ ਤਕਰੀਬਨ, ਮੇਰਾ ਰਿਕਾਰਡ ਇਹ ਆ ਕਿ ਮੈਂ 11ਵੀਂ ਕਲਾਸ 'ਚ ਪੜ੍ਹਦਾ ਸੀ ਜਦੋਂ ਮੈਂ ਇੰਡੀਆ ਸੀਨੀਅਰ ਟੀਮ ਨੂੰ ਰਿਪਰਜੈਂਟ ਕਰ ਲਿਆ ਸੀ। ਔਰ ਨਿਊਜ਼ੀਲੈਂਡ ਟੂਰ 'ਤੇ ਹੀ ਗਏ। ਹਾਂਜੀ। ਔਰ ਉਸ ਤੋਂ ਬਾਅਦ ਫਿਰ ਕੰਟੀਨਿਊ ਇੰਡੀਆ ਦੇ ਲਈ ਮੈਂ ਖੇਡਦਾ ਰਿਹਾ। ਮੈਂ ਇੰਡੀਆ ਦੇ ਲਈ ਵਰਲਡ ਕੱਪ, ਏਸ਼ੀਅਨ ਗੇਮ, ਓਲੰਪਿਕਸ, ਚੈਂਪੀਅਨਸ ਟਰੋਫੀ, ਹੋਰ ਬਹੁਤ ਟੂਰਨਾਮੈਂਟ ਖੇਡੇ ਆ। ਹਾਂਜੀ। ਔਰ ਪੰਜਾਬ ਟੀਮ ਵੱਲੋਂ ਮੈਂ ਖੇਡਿਆ ਨੈਸ਼ਨਲ ਹਾਕੀ ਜਿਹੜੀ ਖੇਡੇ ਆ। ਔਰ ਹੈਟ੍ਰਿਕ ਕੀਤੀ ਅਸੀਂ ਨੈਸ਼ਨਲ ਦੀ ਵੀ ਤੇ ਓਲੰਪਿਕਸ ਤੁਹਾਨੂੰ ਪਤਾ ਜਿੱਤੇ। ਔਰ ਓਲੰਪਿਕਸ ਦੇ ਵਿੱਚ ਵੀ ਗੋਲਾਂ ਦਾ ਮੇਰਾ ਅੱਜ ਦੀ ਡੇਟ ਦੇ ਵਿੱਚ ਇੰਡੀਆ ਦੇ ਵਿੱਚ ਰਿਕਾਰਡ ਆ 56। ਮੈਲਬੌਰਨ ਓਲੰਪਿਕ ਦੇ ਵਿੱਚ ਸਰਦਾਰ ਊਧਮ ਸਿੰਘ ਜਿਹੜੇ ਆ, ਉਹਨਾਂ ਨੇ ਗੋਲ 15 ਕੀਤੇ ਸੀ। ਔਰ ਉਹਨਾਂ ਦਾ ਰਿਕਾਰਡ ਜਿਹੜਾ ਆ ਮੈਂ ਉਹ ਇਕੁਲਾਈਜ਼ ਕੀਤਾ ਆ। ਔਰ ਹੁਣ ਅੱਗੇ ਜਿਹੜਾ ਕੋਈ ਕਰੇਗਾ ਤੇ ਉਹ ਦੇਖੋ ਵਾਹਿਗੁਰੂ ਮਿਹਰ ਕਰੂਗਾ ਕਿਸੇ ਨਾ ਕਿਸੇ ਤੇ। ਚਲੋ, ਸਪੋਰਟਸ ਵਾਲੇ ਫੀਲਡ 'ਤੇ ਅਸੀਂ ਇੱਕ ਪੂਰੀ ਤੁਹਾਡੇ 'ਤੇ ਡਾਕੂਮੈਂਟਰੀ ਵੀ ਕਰਾਂਗੇ। ਫਿਰ ਵੀ ਮੈਂ 2-3 ਗੱਲਾਂ ਪੋਲੀਟੀਕਲ ਡਿਸਕਸ਼ਨ ਕਰਨ ਤੋਂ ਪਹਿਲਾਂ, ਓਲੰਪਿਕਸ ਵਿੱਚ ਪਹਿਲਾਂ ਕਦੋਂ ਤੁਹਾਨੂੰ ਜਾਣੇ ਦਾ ਮੌਕਾ ਮਿਲਿਆ? ਕਿਹੜੀ ਪਹਿਲਾਂ ਓਲੰਪਿਕਸ ਗੇਮ ਵਿੱਚ ਸ਼ਾਮਲ ਹੋਏ ਸੀ ਤੁਸੀਂ? 1980 ਓਲੰਪਿਕ ਗੇਮਾਂ ਦੇ ਵਿੱਚ ਮੈਂ ਗਿਆ ਸੀਗਾ। ਅੱਛਾ ਜੀ। ਔਰ ਉਹਦੇ ਵਿੱਚ ਮੈਂ ਟੌਪ ਸਕੋਰਰ ਵੀ ਬਣਿਆ। ਅੱਛਾ ਜੀ। ਔਰ ਉਸ ਤੋਂ ਬਾਅਦ ਮੈਂ ਕੈਪਟਨ ਰਿਹਾ। ਚੈਂਪੀਅਨਸ ਟਰੋਫੀ ਜਿਹੜੀ ਹੋਈ ਸੀਗੀ ਐਮਸਟਰਡਮ ਦੇ ਵਿੱਚ, ਹਾਂਜੀ, ਉੱਥੇ ਹਾਈਐਸਟ ਗੋਲ ਜਿਹੜੇ ਅਸੀਂ ਪਾਕਿਸਤਾਨ ਨੂੰ ਕੀਤੇ ਸੀਗੇ ਪਹਿਲੀ ਵਾਰ ਮੇਰੀ ਕਪਤਾਨੀ ਦੇ ਵਿੱਚ। 5-4 ਤੇ ਅਸੀਂ ਜਿੱਤੇ ਸੀਗੇ ਉਹਨਾਂ ਨੂੰ। ਹਾਂਜੀ। ਉਸ ਮੈਚ ਦੇ ਵਿੱਚ ਵੀ 9 ਗੋਲ ਹੋਏ। ਤੁਸੀਂ ਦੇਖੋਗੇ ਲੋਕ ਤਾੜੀਆਂ ਮਾਰਦੇ ਬਹਿੰਦੇ ਸੀ ਤੇ ਗੋਲ ਗਾਲ ਹੋ ਜਾਂਦਾ ਹੈਗਾ। ਇੱਕ ਮੈਚ 9 ਗੋਲ, ਐਂਡ ਤੱਕ ਨਹੀਂ ਪਤਾ ਲੱਗਦਾ ਹੈਗਾ ਕਿਹਨੇ ਜਿੱਤਣਾ। ਹਾਂਜੀ। ਤੇ ਇਸ ਤਰ੍ਹਾਂ ਗੇਮ ਚੱਲਦੀ ਰਹੀ, ਖੇਲ ਚੱਲਦੀ ਰਹੀ। ਅੱਜ ਦੀ ਡੇਟ 'ਚ ਸੋਢੀ ਸਾਹਿਬ, ਸਾਡਾ ਇੰਡੀਆ ਤੇ ਤੁਸੀਂ ਪਾਕਿਸਤਾਨ ਦੀ ਗੱਲ ਕੀਤੀ, ਹਾਕੀ ਵਿੱਚ ਕਿੱਥੇ ਖੜੇ ਆ ਅਸੀਂ ਇੰਟਰਨੈਸ਼ਨਲ ਲੈਵਲ 'ਤੇ? ਕੀ ਲੱਗਦਾ? ਦੇਖੋ ਹੁਣ ਇਸ ਸਾਲ ਤੁਹਾਨੂੰ ਪਤਾ ਪਿਛਲੇ ਸਾਲ ਓਲੰਪਿਕ ਗੇਮਸ ਹੋਣੀਆਂ ਸੀਗੀਆਂ 2020 ਦੇ ਵਿੱਚ। ਹਾਂਜੀ।
ਉਹ ਕਰੋਨਾ ਕਰਕੇ ਪੋਸਟਪੋਨ ਹੋ ਗਈਆਂ ਸੀਗੀਆਂ। ਟੋਕੀਓ ਚੁਣੀਆਂ ਸੀ ਟੋਕੀਓ ਜਾਪਾਨ ਦੇ ਚ ਵਿੱਚ। ਹਾਂਜੀ ਹਾਂਜੀ ਉਹ ਇਸ ਸਾਲ ਹੋਣਗੀਆਂ ਹੁਣ। ਹਾਂਜੀ ਔਰ ਪਿਛਲੇ ਸਾਲ ਜਿੰਨੇ ਵੀ ਟੂਰਨਾਮੈਂਟ ਸੀਗੇ ਉਹ ਸਭ ਪੋਸਟਪੋਨ ਹੋ ਗਏ ਸੀਗੇ, ਖੇਲੇ ਹੀ ਨਹੀਂ ਗਏ, ਕੈਂਸਲ ਹੋ ਗਏ। ਜੀ ਜੀ ਤੇ ਹੁਣ ਸਾਲ ਇੱਕ ਤੋਂ ਸਾਲ ਡੇਢ ਸਾਲ ਹੋ ਗਿਆ ਕਿ ਹੱਲੇ ਕੋਈ ਟੂਰਨਾਮੈਂਟ ਹੋਇਆ ਨਹੀਂਗਾ। ਹਾਂਜੀ ਔਰ ਕੋਈ ਕਹਿ ਨਹੀਂ ਸਕਦੇ ਕਿ ਪਰਫਾਰਮੈਂਸ ਕਿਹੜੀ ਸਾਡੀ ਜਿਹੜੀ ਆ ਇੰਡੀਆ ਦੀ ਜਾਂ ਪਾਕਿਸਤਾਨ ਦੀ ਕਿੱਥੇ ਆ। ਲੇਕਿਨ ਜਿਹੜਾ ਗ੍ਰਾਫ ਇੰਡੀਆ ਦਾ ਸੀਗਾ ਕਰੋਨਾ ਤੋਂ ਪਹਿਲਾਂ ਉਹ ਬਹੁਤ ਅੱਛਾ ਸੀਗਾ। ਐਂ ਲੱਗਦਾ ਸੀਗਾ ਕਿ ਓਲੰਪਿਕਸ ਦੇ ਵਿੱਚ ਇੰਡੀਆ ਦੀ ਟੀਮ ਕੁਛ ਨਾ ਕੁਛ ਪੋਜੀਸ਼ਨ ਹਾਸਲ ਕਰੇਗੀ। ਮੇਰਾ ਖਿਆਲ ਆ ਕਿ ਪਲੇਅਰ ਤਾਂ ਉਹੀ ਆ, ਲੇਕਿਨ ਕੰਪੀਟੀਸ਼ਨ ਜਿਹੜਾ ਉਹ ਬੰਦ ਹੋਣ ਕਰਕੇ ਉਹਨਾਂ ਦਾ ਕਿਤੇ ਹਲੇ ਲੱਗ ਗਿਆ ਨਹੀਂ ਪਤਾ। ਹੁਣ ਸ਼ੁਰੂ ਕੀਤਾ ਆ, ਪ੍ਰੈਕਟਿਸ ਚੱਲ ਰਹੀ ਆ ਔਰ ਮੈਂ ਸਮਝਦਾ ਕਿ ਉਮੀਦ ਕਰਦਾ ਕਿ ਇੰਡੀਆ ਟੀਮ ਅੱਛਾ ਹੀ ਕਰੇਗੀ। ਚਲੋ ਥੋੜਾ ਜਿਹਾ ਤੁਹਾਡਾ ਪੋਲੀਟੀਕਲ ਡਿਸਕਸ਼ਨ ਆਉਣੇ ਤੋਂ ਪਹਿਲਾਂ ਇੱਕ ਪੁਲਿਸ ਕੈਰੀਅਰ ਵੀ ਕਰੀਏ। ਤੁਸੀਂ ਮੇਰੇ ਖਿਆਲ ਓਲੰਪੀਅਨ ਪਹਿਲੇ ਆਈਜੀ ਹੋ ਜਿਹੜੇ ਆਈਜੀ ਬਣੇ ਹੈਗੇ, ਜਾਂ ਇਹੋ ਐਸਐਸਪੀ ਕਦੋਂ ਬਣੇ ਪਹਿਲੀ ਵਾਰੀ, ਫਿਰ ਕਿਵੇਂ ਕਿਵੇਂ ਜ਼ਿੰਦਗੀ ਦਾ ਅਗਾਂਹ ਜਿਹੜਾ ਤਜਰਬਾ ਦੇਖਿਆ? ਦੇਖੋ, ਹਾਕੀ ਦੇ ਵਿੱਚ ਮੈਂ ਪਹਿਲਾਂ ਆਈਪੀਐਸ ਐਜ਼ ਹਾਕੀ ਓਲੰਪੀਅਨ ਆਈਜੀ ਬਣਿਆ। ਅੱਛਾ ਜੀ। ਕਿਉਂਕਿ ਔਰ ਹਾਕੀ ਦੇ ਵਿੱਚ ਕੀ ਮੈਂ ਐਜ਼ ਓਲੰਪੀਅਨ ਪਹਿਲਾ ਐਸਐਸਪੀ ਵੀ ਮੈਂ ਹੀ ਲੱਗਾ ਸੀਗਾ। ਅੱਛਾ ਅੱਛਾ ਕਈ ਤਰ੍ਹਾਂ ਦੀਆਂ ਚੀਜ਼ਾਂ ਆ। ਔਰ ਪਹਿਲਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਅਵਾਰਡ ਸ਼ੁਰੂ ਹੋਇਆ ਸੀ ਜਦੋਂ ਸਟੇਟ ਦਾ, ਉਹ ਵੀ ਪਹਿਲਾਂ ਇੱਕੋ ਹੀ ਹਾਕੀ ਪਲੇਅਰ ਨੂੰ ਮਿਲਿਆ ਸੀ ਤੇ ਮੈਨੂੰ ਮਿਲਿਆ ਸੀਗਾ। ਔਰ ਇਸ ਤਰ੍ਹਾਂ ਬਹੁਤ ਸਾਰੀਆਂ ਗੱਲਾਂ ਆ ਜਿਹੜੀਆਂ ਕੋਈ ਨਾ ਕੋਈ ਸਮੇਂ ਤੇ ਜਿਹੜੀਆਂ ਵਾਹਿਗੁਰੂ ਨੇ ਮੇਰੀ ਝੋਲੀ 'ਚ ਪਾਈਆਂ ਪਹਿਲਾਂ। ਤੇ ਇਹ ਚੀਜ਼ਾਂ ਜਿਹੜੀਆਂ ਐਸਐਸਪੀ ਮੈਂ ਲੱਗਾ, ਆਈਜੀ ਮੈਂ ਬਣਿਆ। ਇਸ ਵੇਲੇ ਵੀ ਮੈਂ ਔਰ ਕਰਤਾਰ ਸਿੰਘ ਦੋ ਜਿਹੜੇ ਪਲੇਅਰ ਆ ਉਹਨਾਂ 'ਚ ਆ। ਔਰ ਹਾਕੀ ਦੇ ਵਿੱਚ ਮੈਂ ਇਕੱਲਾ ਹੀ ਆ। ਇੰਡੀਆ ਦੇ ਵਿੱਚ ਕੋਈ ਐਜਾ ਆਈਪੀਐਸ ਆਈਜੀ ਹਾਕੀ 'ਚ ਹਾਕੀ ਓਲੰਪੀਅਨ ਨਹੀਂ ਬਣਿਆ। ਤੁਸੀਂ ਹਾਕੀ ਵਿੱਚ ਵੀ ਪੁਲਿਸ ਵਿੱਚ ਬਹੁਤ ਮੱਲਾਂ ਮਾਰੀਆਂ ਹੈਗੀਆਂ। ਬੜੀ ਖੁਸ਼ੀ ਦੀ ਗੱਲ ਹੈਗੀ ਤੁਸੀਂ ਜਿਹੜਾ ਡੈਮੋਕ੍ਰੈਟਿਕ ਪ੍ਰੋਸੈਸ ਹੈਗਾ, ਇਲੈਕਸ਼ਨ ਪ੍ਰੋਸੈਸ, ਉਹਦੇ ਵਿੱਚ ਵੀ ਹੁਣ ਐਂਟਰ ਕੀਤਾ ਹੈਗਾ। ਆਮ ਆਦਮੀ ਪਾਰਟੀ ਬੜੇ ਸੀਨੀਅਰ ਲੈਵਲ ਦੇ ਤੁਸੀਂ ਲੀਡਰ, ਉਹਨਾਂ ਨੇ ਤੁਹਾਨੂੰ ਨਿਯੁਕਤ ਕੀਤਾ ਹੈਗਾ। ਇਹ ਕਿਸ ਤਰ੍ਹਾਂ ਦੀਆਂ ਹੁਣ ਤੁਸੀਂ ਲੱਗਦੇ ਹੋ ਜਿਹੜਾ ਪੋਲੀਟੀਕਲ ਸੈਟਅਪ ਹੈਗਾ? ਕਾਂਗਰਸ ਕਿੱਥੇ ਖੜੀ ਆ, ਅਕਾਲੀ ਕਿੱਥੇ ਖੜੇ ਆ, ਆਮ ਆਦਮੀ ਪਾਰਟੀ ਪੰਜਾਬ 'ਚ ਕਿੱਥੇ ਖੜੀ ਲੱਗਦੀ ਤੁਹਾਨੂੰ? ਭਾਰਤ ਜੀ ਦੇਖੋ, ਐਜ਼ ਪੁਲਿਸ ਅਫਸਰ ਮੈਂ ਇਲੈਕਸ਼ਨਾਂ ਬਹੁਤ ਕਰਾਈਆਂ, ਇਲੈਕਸ਼ਨਾਂ ਦੇਖੀਆਂ, ਕਿੱਦਾਂ ਇਲੈਕਸ਼ਨਾਂ ਹੁੰਦੀਆਂ, ਇਲੈਕਸ਼ਨਾਂ 'ਚ ਕੀ ਕੁਛ ਚੱਲਦਾ, ਲੋਕਾਂ ਦੀ ਨਬਜ਼ ਵੀ ਪਤਾ ਤੁਹਾਨੂੰ? ਲੋਕਾਂ ਦੀ ਨਬਜ਼ ਕਿੱਥੋਂ ਦੇਖੀ ਜਾਂਦੀ, ਕਿਸ ਤਰ੍ਹਾਂ ਇਹਨਾਂ ਨੇ ਲੋਕਾਂ ਦਾ ਕੀ ਲੋਕਾਂ ਦੀ ਡਿਮਾਂਡ ਕੀ ਆ। ਜੀ ਜੀ। ਔਰ ਅੱਜ ਦੀ ਡੇਟ ਦੇ ਵਿੱਚ ਜਿਹੜਾ ਸਮਾਜ ਹੈ ਨਾ, ਉਹ ਕੁਝ ਜੋ ਸੋਚ ਰਿਹਾ ਆ ਉਹ ਪੋਲੀਟੀਸ਼ੀਅਨ ਦਿੰਦੇ ਨਹੀਂ। ਹਾਂਜੀ। ਸਮਾਜ ਦੀ ਜਿਹੜੀ ਜ਼ਰੂਰਤ ਆ ਹਾਂਜੀ ਉਹ ਉਹਨਾਂ ਨੂੰ ਮਿਲ ਨਹੀਂ ਰਹੀ। ਪੋਲੀਟੀਸ਼ੀਅਨਸ ਲਾਰੇ ਲਾਉਂਦੇ ਆ। ਹਾਂਜੀ। ਔਰ ਜਿਹੜੇ ਜੁਮਲੇ ਜਿੱਦਾਂ ਕਹਿੰਦੇ ਨਾ, ਜੁਮਲੇ ਦਿਖਾਉਂਦੇ ਆ 4 ਦਿਨ ਵੋਟਾਂ ਦੇ ਵਿੱਚ ਕਰਕੇ ਤੇ ਉਹ ਚਲੇ ਜਾਂਦੇ ਆ। ਜੁਮਲਾ ਪੋਲਿਟਿਕਸ ਆ ਗਈ। ਹਾਂ, ਜੁਮਲਾ ਪੋਲਿਟਿਕਸ ਆ ਚੁੱਕੀ ਆ। ਇਸ ਚੀਜ਼ ਜੁਮਲਾ ਪੋਲਿਟਿਕਸ ਨੂੰ ਜਾਂ ਝੂਠੀਆਂ ਗੱਲਾਂ ਕਹਿਣ ਵਾਲਿਆਂ ਨੂੰ ਨਕਾਰਨ ਦੀ ਲੋੜ ਆ, ਉਹਨਾਂ ਨੂੰ ਹਟਾਉਣ ਦੀ ਲੋੜ ਆ। ਅਗਰ ਸਹੀ ਤਰੀਕੇ ਨਾਲ ਸਮਾਜ ਦੀ ਸੇਵਾ ਕਰਨੀ ਆ ਤੇ ਫਿਰ ਤੁਹਾਨੂੰ ਓਨੀ ਗੱਲ ਕਹਿਣੀ ਚਾਹੀਦੀ ਜਿੰਨੀ ਤੁਸੀਂ ਕਰ ਸਕਦੇ ਆ, ਔਰ ਉਹਨਾਂ ਨੂੰ ਪਤਾ ਹੋਵੇ ਵੀ ਇਹ ਇਹਨਾਂ ਨੇ ਕਹੀ ਆ ਤੇ ਕਰਨੀ ਆ। ਸੋਢੀ ਸਾਹਿਬ, ਤੁਹਾਡਾ ਬਹੁਤ ਕੈਰੀਅਰ, ਮੈਂ ਤੁਹਾਨੂੰ ਬਹੁਤ 30-35 ਸਾਲ ਤੋਂ ਜਾਣਦਾ ਹੈਗਾ। ਦੂਰਦਰਸ਼ਨ 'ਤੇ ਵੀ ਅਸੀਂ ਅਕਸਰ ਇਕੱਠੇ ਹੁੰਦੇ ਸੀ, ਤੁਸੀਂ ਆਉਂਦੇ ਸੀ ਪ੍ਰੋਗਰਾਮ ਕਰਨ। ਬਹੁਤ ਲੋਕੀ ਤੁਹਾਨੂੰ ਇੱਜ਼ਤ ਮਾਣ ਨਾਲ ਦੇਖਿਆ ਤੇ ਦੇਖਦੇ ਵੀ ਹੈਗੇ ਆ। ਇਹ ਹੁਣ ਪੋਲੀਟੀਕਲ ਪ੍ਰੋਸੈਸ ਵਿੱਚ ਆਉਣੇ ਨਾਲ ਜਿਹੜਾ ਤੁਸੀਂ ਕੀ ਸਮਝਦੇ ਹੋ, ਕੀ ਮੇਨ ਚੁਣੌਤੀਆਂ ਪੰਜਾਬ ਦੇ ਲੋਕਾਂ ਦੀਆਂ? ਦੇਖੋ, ਸਭ ਤੋਂ ਵੱਡੀ ਚੁਣੌਤੀ ਜਿਹੜੀ ਹੈ ਨਾ, ਬੇਰੁਜ਼ਗਾਰੀ। ਹਾਂਜੀ, ਇੱਕ ਨੰਬਰ ਤੇ ਆ ਉਹ। ਹਾਂਜੀ। ਔਰ ਸਭ ਤੋਂ ਹੋਰ ਵੱਡੀ ਚੁਣੌਤੀ ਕੀ ਆ ਕਿ ਐਜੂਕੇਸ਼ਨ ਸਿਸਟਮ, ਹੈਲਥ ਸਿਸਟਮ। ਜੀ ਜੀ। ਔਰ ਜਿਹੜੇ ਮਾਫੀਆ ਇੱਥੇ ਚੱਲ ਰਹੇ ਰਾਜ, ਜਿੱਦਾਂ ਤੁਸੀਂ ਲੈ ਲਓ ਰੇਤ ਮਾਫੀਆ ਆ, ਲੈਂਡ ਮਾਫੀਆ, ਔਰ ਇਹ ਸ਼ਰਾਬ ਮਾਫੀਆ ਵੀ ਹੈ, ਡਰੱਗ ਮਾਫੀਆ ਵੀ ਆ। ਸ਼ਰਾਬ, ਔਰ ਇਹਨਾਂ ਚੀਜ਼ਾਂ ਨੂੰ ਤੁਸੀਂ ਕੋਈ ਵੱਡੀ ਗੱਲ ਨਹੀਂ ਹੈਗੀ। ਸਰਕਾਰ ਦੀਆਂ ਇਹ ਗਲਤ ਨੀਤੀਆਂ ਆ ਜਾਂ ਬਦਨੀਤੀ ਕਹਿ ਲਓ ਤੁਸੀਂ। ਸਰਕਾਰ ਦੀ ਬਦਨੀਤੀ ਮੈਂ ਤਾਂ ਕਹਿਣਾ ਕਿ ਸਰਕਾਰ ਜਦੋਂ ਆਈ ਨੂੰ, ਹੁਣ ਤੁਸੀਂ ਮੈਂ ਐਗਜ਼ਾਮਪਲ ਦਿੰਦਾ ਕਿ 4 ਸਾਲ ਹੋ ਗਏ ਕਾਂਗਰਸ ਨੂੰ ਆਇਆ। ਹਾਂਜੀ ਹਾਂਜੀ। ਔਰ ਇਹ ਕਹਿੰਦੇ ਜੀ ਸਾਡੀਆਂ ਪਾਲਿਸੀਆਂ ਬਣਨੀਆਂ ਜੀ, ਪਾਲਿਸੀਆਂ ਲਾਗੂ ਕਰਨੀਆਂ। ਸਪੈਸ਼ਲੀ ਮੈਂ ਕਹਿੰਦਾ ਕਿ ਰੇਤ ਆ, ਰੇਤ ਪਾਲਿਸੀ ਨਹੀਂ ਜਿਹੜੀ ਬਣਾ ਸਕੀ ਸਰਕਾਰ, ਉਹ ਸਰਕਾਰ ਲੋਕਾਂ ਨੂੰ ਕੀ ਦੇਗੀ?
ਔਰ ਮੈਨੂੰ ਸ਼ਰਮ ਦੇ ਨਾਲ ਇਹ ਕਹਿਣਾ ਪੈਂਦਾ ਕਿ ਜੇ ਰੇਤ ਜਿਹੜੀ ਆ ਉਹ ਸਾਡੇ ਥਾਣਿਆਂ ਦੇ ਵਿੱਚ ਕੇਸ ਪ੍ਰਾਪਰਟੀ ਹੋਵੇ ਤੇ ਉਸ ਸਰਕਾਰ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ। ਬਿਲਕੁਲ ਠੀਕ ਹੈ। ਕੇਸ ਪ੍ਰਾਪਰਟੀ ਰੇਤ ਔਰ ਥਾਣੇਦਾਰ ਨੇ ਟਰਾਲੀ ਰੇਤਾ ਦੀ ਫੜੀ ਹੋਵੇ, ਕੇਸ ਰਜਿਸਟਰ ਕੀਤਾ ਹੋਵੇ ਤੇ ਇਹਦਾ ਮਤਲਬ ਕੇਸ ਪ੍ਰਾਪਰਟੀ ਹੋ ਗਈ। ਹਾਂਜੀ ਹਾਂਜੀ। ਉਹਨੂੰ ਰੱਖਣਾ ਕਿੱਥੇ ਆ? ਬਾਹਰ ਹਨੇਰੀ ਆ ਕੇ ਉੜ ਜਾਣੀ ਆ ਤੇ ਜੱਜ ਨੇ ਕਹਿਣਾ ਵੀ ਤੇਰੀ ਪ੍ਰਾਪਰਟੀ ਕੇਸ ਪ੍ਰਾਪਰਟੀ ਦੀ ਜਿਹੜੀ ਆ ਉਹ ਲੈ ਕੇ ਆ ਮੇਰੇ ਕੋਲ। ਉਹ ਬਣੂਗੀ। ਮੈਂ ਇਹ ਕਹਿੰਦਾ ਕਿ ਜਿਹੜੇ ਕਹਿੰਦੇ ਨਾ ਪਾਲਿਸੀ ਬਣਾਉਣੀ ਆ, ਪਾਲਿਸੀ ਤਾਂ ਆਲਰੇਡੀ ਬਣੀ ਆ, ਪੁਰਾਣੀ ਸਰਕਾਰ ਦੀ ਬਣੀ। ਤੁਸੀਂ ਜੇ ਚਾਹੁੰਦੇ ਹੋ ਅਮੈਂਡਮੈਂਟ ਕਰਕੇ 1 ਮਹੀਨੇ ਚ ਲਾਗੂ ਕਰੋ ਉਹਨੂੰ, ਮਹੀਨਾ 2 ਮਹੀਨੇ ਲਾ ਲਓ। ਪਾਲਿਸੀ ਬਣੀ ਆ। ਤੁਹਾਡੀ ਜਿਹੜੀ ਦਿਮਾਗ 'ਚ ਗੱਲ ਆ ਕਿ ਲੋਕਾਂ ਨੂੰ ਕਿੱਦਾਂ ਅਸੀਂ ਰੇਤਾ ਸਸਤੀ ਦੇਣੀ, ਇਹ ਕਹਿੰਦੇ ਇਹ ਲੋਕਾਂ ਨੂੰ ਰੇਤਾ ਸਸਤੀ ਦੇਵਾਂਗੇ, ਲੋਕਾਂ ਨੂੰ ਐਜੂਕੇਸ਼ਨ ਸਸਤੀ ਦੇਵਾਂਗੇ, ਲੋਕਾਂ ਦੇ ਲਈ ਹੈਲਥ ਸਿਸਟਮ ਠੀਕ ਕਰਾਂਗੇ। ਇਹਨਾਂ 'ਚੋਂ ਤਾਂ ਇੱਕ ਵੀ ਹੋਇਆ ਨਹੀਂ। ਲੋਕਾਂ ਨੂੰ ਅਸੀਂ ਨੌਕਰੀ ਘਰ ਦੇਵਾਂਗੇ। ਇਹ ਚੀਜ਼ਾਂ ਜਦੋਂ ਤੁਸੀਂ ਕਹਿੰਦੇ ਆ, ਅਸੀਂ ਮਤਲਬ ਕਹਿੰਦੇ ਕੁਛ ਆ, ਕਰਦੇ ਕੁਛ ਆ। ਹੁਣ ਤੁਸੀਂ ਜਦੋਂ ਇਲੈਕਸ਼ਨ ਸਿਰ ਤੇ ਆ ਗਈ ਆ, ਹੁਣ ਤੁਸੀਂ ਕਹਿੰਦੇ ਆ ਕਿ ਬਜਟ ਦੇ ਵਿੱਚ ਅਸੀਂ ਜਿਹੜੇ ਇਹਨਾਂ ਨੂੰ ਅਸੀਂ ਬਹੁਤ ਕੁਛ ਸਹੂਲਤਾਂ ਦੇਵਾਂਗੇ। ਜੀ ਜੀ ਜੀ। ਤੇ ਮੈਂ ਸਮਝਦਾ ਕਿ ਸਾਰੇ ਜੁਮਲੇ ਆ। ਇਹ ਹਾਲ ਹੀ 'ਚ ਤੁਹਾਡੀ ਸਾਹਿਬ ਜਿਹੜੀਆਂ ਲੋਕਲ ਬਾਡੀ ਇਲੈਕਸ਼ਨ ਹੋਈਆਂ, ਦੇਖੋ ਜਿਹੜੀ 'ਚ ਤਾਂ ਇਟ ਇਜ਼ ਓਪਨ ਐਕਟ, ਜਿਹੜੀ ਮੌਕੇ ਦੀ ਸਰਕਾਰ ਹੁੰਦੀ ਉਹ ਕਾਫੀ ਹੱਦ ਤੱਕ ਮੈਨੇਜ ਕਰ ਜਾਂਦੀ ਹੈਗੀ ਆ। ਅਤੇ ਭਾਵੇਂ ਕਾਂਗਰਸ ਨੇ ਇਹਦੇ ਵਿੱਚ ਬਹੁਤ ਸਾਰੀਆਂ ਵਿੱਚ ਮੈਜੋਰਟੀ ਜਿੱਤ ਕੀਤੀ ਹੈਗੀ ਆ, ਪਰ ਆਮ ਆਦਮੀ ਪਾਰਟੀ ਦੀ ਵੀ ਰੀਜ਼ਨੇਬਲ ਐਂਟਰੀ ਹੋਈ ਹੈਗੀ। ਤੁਸੀਂ ਸੈਟਿਸਫਾਈਡ ਹੋ ਆਮ ਆਦਮੀ ਪਾਰਟੀ ਦੀ ਪਰਫਾਰਮੈਂਸ ਵਿੱਚ? ਦੇਖੋ, ਇਹਨਾਂ ਚੋਣਾਂ ਦੇ ਵਿੱਚ ਜਿਸ ਪਾਰਟੀ ਦੀ 0 ਸੀਟ ਹੋਵੇ ਔਰ ਕਦੇ ਲੜੀ ਨਾ ਹੋਵੇ ਚੋਣ, ਹਾਂਜੀ, ਪਹਿਲੀ ਵਾਰੀ ਜਿਸ ਪਾਰਟੀ ਨੇ ਲੜਿਆ ਹੋਵੇ ਤੇ ਉਹਦੇ ਲਈ ਇੰਨੀਆਂ ਸੀਟਾਂ ਬਹੁਤ ਖੁਸ਼ੀ ਦੀ ਗੱਲ ਆ। ਹਾਂਜੀ ਹਾਂਜੀ। ਨੰਬਰ 2, ਇਹ ਜਿਹੜੀਆਂ ਇਲੈਕਸ਼ਨਾਂ ਆ ਜਿਹੜੀਆਂ ਇਹ ਧਾਂਦਲੀ ਹੁੰਦੀ ਨਿਰੀ, ਹਾਂਜੀ, ਔਰ ਉਸ ਧਾਂਦਲੀ ਦੇ ਵਿੱਚ ਤੁਸੀਂ ਸਟਾਰ ਸੀਟਾਂ ਲੈ ਕੇ ਜਾਂਦੇ ਆ। ਇਹਦਾ ਮਤਲਬ ਆ ਕਿ ਲੋਕਾਂ ਦੇ ਮਨ ਦੇ ਵਿੱਚ ਕੋਈ ਨਾ ਕੋਈ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਲਈ ਜਗ੍ਹਾ ਆ। ਔਰ ਦੂਸਰਾ ਕੀ ਆ ਕਿ ਜਿਹੜੀਆਂ ਵੀ ਇਹ ਇਲੈਕਸ਼ਨਾਂ ਹੁੰਦੀਆਂ ਆ ਲੋਕਲ ਬਾਡੀਜ਼ ਦੀਆਂ, ਇਲੈਕਸ਼ਨ ਕਮਿਸ਼ਨ ਇਹਨਾਂ ਦਾ, ਪੁਲਿਸ ਇਹਨਾਂ ਦੀ, ਗੁੰਡਾਗਰਦੀ ਇਹਨਾਂ ਦੀ ਹੁੰਦੀ ਆ। ਉਹ ਜਦੋਂ ਮਰਜ਼ੀ ਆ ਕੇ ਬੂਥ ਕੈਪਚਰਿੰਗ ਕਰ ਲੈਂਦੇ ਆ, ਕੋਈ ਉਹਨਾਂ ਨੂੰ ਕਹਿਣ ਵਾਲਾ ਨਹੀਂ ਹੁੰਦਾ। ਔਰ ਉਹ ਕੇਸ ਰਜਿਸਟਰ ਹੋਣ ਦੇ ਬਾਅਦ ਦੇ ਵਿੱਚ ਉਹ ਕੈਂਸਲ ਹੋ ਜਾਂਦੇ ਆ। ਇਹ ਚੀਜ਼ਾਂ ਜਿਹੜੀਆਂ ਹੈ ਨਾ, ਇਹ ਹੋਣੀਆਂ ਨਹੀਂ ਚਾਹੀਦੀਆਂ। ਅਗਰ ਅਸੀਂ ਲੋਕਾਂ ਨੂੰ ਇਨਸਾਫ ਦੇਣਾ ਹੈ ਨਾ, ਤੇ ਫਿਰ ਫਰੀ ਹੈਂਡ ਜਿਹੜੀਆਂ ਇਲੈਕਸ਼ਨਾਂ ਹੋਣੀਆਂ ਚਾਹੀਦੀਆਂ। ਇੱਕ ਪਾਸੇ ਤੁਹਾਡੀ ਸਾਹਿਬ ਇੱਕ ਮੈਂ ਹੋਰ ਸਵਾਲ, ਤੁਹਾਡਾ ਨਿੱਜੀ ਜੀਵਨ ਜਿਵੇਂ ਮੈਂ ਦੱਸਿਆ ਬਹੁਤ ਨੀਟ ਐਂਡ ਕਲੀਨ ਰਿਹਾ ਹੈਗਾ। ਸਾਨੂੰ ਇਹ ਵੀ ਫੈਕਟ ਹੈਗਾ ਜਦੋਂ ਜਿਹੜੀਆਂ ਪੋਲੀਟੀਕਲ ਜਿਹੜਾ ਇਲੈਕਟੋਰਲ ਪ੍ਰੋਸੈਸ ਵਿੱਚ ਪੈਸਾ ਵੀ ਚੱਲਦਾ ਹੈਗਾ, ਤੁਹਾਨੂੰ ਪਤਾ ਹੈਗਾ ਇਹ ਨਸ਼ਾ ਸ਼ਰਾਬ ਵਗੈਰਾ ਵੀ ਚੱਲਦੇ ਹੈਗੇ। ਤੁਹਾਡੇ ਵਰਗਾ ਇਮਾਨਦਾਰ ਆਫਿਸਰ ਜਿਹੜਾ ਰਿਟਾਇਰਡ ਆਫਿਸਰ ਆ, ਇੱਦਾਂ ਦੇ ਚੈਲੰਜਸ ਨੂੰ ਕਿਵੇਂ ਫੇਸ ਕਰੇਗਾ? ਮੰਨ ਲਓ ਭਲਕੇ ਤੁਸੀਂ ਜਲੰਧਰ ਕੰਡ ਤੋਂ ਇਲੈਕਸ਼ਨ ਲਈ ਖੜੇ ਹੋਣਾ ਹੈਗਾ MLA ਲਈ। ਭਾਰਤ ਜੀ, ਮੈਨੂੰ ਇੱਥੇ 40 ਸਾਲ ਤੋਂ ਉੱਤੇ ਹੋ ਗਏ। ਮੈਂ ਛੋਟਾ ਜਿਹਾ 40 ਸਾਲ, ਮੈਨੂੰ 50 ਸਾਲ ਤੋਂ ਉੱਤੇ ਹੋ ਗਏ ਇਸ ਇਲਾਕੇ 'ਚ ਰਹਿੰਦੇ। ਅੱਛਾ। ਬੱਚਾ ਤੇ ਗਲੀ ਮੈਨੂੰ ਜਾਣਦੀ ਆ। ਹਾਂਜੀ। ਤੇ ਉਹਨਾਂ ਨੂੰ ਜਦੋਂ ਮੈਂ ਪਹਿਲਾਂ ਮੈਂ ਪਲੇਅਰ ਸੀਗਾ, ਪਿੰਡਾਂ ਦੇ ਵਿੱਚ ਹਾਕੀ ਚੁੱਕ ਕੇ ਭੱਜ ਜਾਂਦੇ ਸੀ। ਕਿਸੇ ਪਿੰਡਾਂ ਨੂੰ ਹੀ ਖੇਡਦੇ ਰਹਿੰਦੇ ਸੀ, ਕਹਾਂ ਸਾਡੇ ਪਿੰਡ ਨੂੰ ਆ ਜਾ, ਹਾਕੀ ਚੱਕਣੀ ਚੱਲ ਉਸ ਪਿੰਡ 'ਚ। ਫਿਰ ਮੈਂ ਪੁਲਿਸ 'ਚ ਐਜ਼ ਐਡਮਿਨਿਸਟ੍ਰੇਟਰ ਡਿਊਟੀ ਕੀਤੀ, ਔਰ ਜਲੰਧਰ 'ਚ ਵੀ ਕੀਤੀ ਮੈਂ ਐਜ਼ DSP SP। ਲੋਕਾਂ ਨੂੰ ਸਾਡੇ ਤੇ ਫੇਥ ਆ, ਉਹਨਾਂ ਨੂੰ ਪਤਾ ਆ ਕਿ ਸੁਰਿੰਦਰ ਸੋਢੀ ਨੂੰ ਜੇ ਅਸੀਂ ਮਿਲੇ ਨਾ ਤੇ ਉਹ ਇੱਕ ਸਹੀ ਤੇ ਸਾਨੂੰ ਸਹੀ ਦਿਸ਼ਾ ਤੇ ਸਹੀ ਕੰਮ ਕਰਕੇ ਦੱਸਣਗੇ। ਬਿਲਕੁਲ ਠੀਕ। ਉਹ ਜਦੋਂ ਤੁਸੀਂ ਲੋਕਾਂ ਦੇ ਵਿੱਚ ਐਜ਼ ਐਡਮਿਨਿਸਟ੍ਰੇਟਰ ਚੰਗੇ ਵਿਚਰੇ ਹੁੰਦੇ ਆ ਨਾ, ਤੇ ਫਿਰ ਲੋਕ ਇਹ ਨਹੀਂ ਕਹਿੰਦੇ ਅਸੀਂ ਪੈਸੇ ਲੈ ਕੇ ਵੋਟ ਪਾਉਣੀ ਆ। ਉਹ ਇਹ ਕਹਿੰਦੇ ਆ ਪੈਸੇ ਉਧਰੋਂ ਲੈ ਲਾਂਗੇ, ਵੋਟ ਤੁਹਾਨੂੰ। ਜੋ ਇਹ ਗੱਲ ਮੈਨੂੰ ਯਾਦ ਆ ਗਈ, ਇਹ ਡਾਇਲੋਗ ਕੇਜਰੀਵਾਲ ਸਾਹਿਬ ਦਾ ਸੀ। ਉਹ ਮੇਰੇ ਖਿਆਲ ਹੁਣ ਵੀ ਤੁਹਾਨੂੰ ਰਿਪੀਟ ਕਰਨਾ, ਪੈਸਾ ਜਿਹੜਾ ਦਿੰਦਾ ਲੈ ਲਓ ਤੇ ਵੋਟ ਇੱਧਰ ਪਾ ਦਿਓ। ਇੱਕ ਮੈਨੂੰ 1-2 ਗੱਲਾਂ ਹੋਰ ਜਿਹੜੀਆਂ ਤਲਖੀ ਸੱਚਾਈਆਂ ਵਾਲੀਆਂ ਹੈਗੀ। ਪਿਛਲੀ ਵਾਰੀ ਸੋਢੀ ਸਾਹਿਬ ਇਹ ਇਲੈਕਸ਼ਨ ਤੋਂ ਪਹਿਲਾਂ ਮੈਂ ਬੇਟੇ ਕੋਲ ਕੈਨੇਡਾ ਸੀ, ਉੱਥੇ ਇੱਕ ਮੈਨੂੰ ਜਿਵੇਂ ਤੁਹਾਨੂੰ ਮੈਂ ਦੱਸਿਆ ਫੰਕਸ਼ਨ 'ਤੇ ਮੈਨੂੰ ਜਾਣੇ ਦਾ ਬਰਥਡੇ 'ਤੇ ਮੌਕਾ ਮਿਲਿਆ, ਜਿੱਥੇ 300 ਦੀ ਗੈਦਰਿੰਗ ਸੀ। ਬੜੇ ਇਨਫਲੂਐਂਸ਼ੀਅਲ ਪੀਪਲ ਸੀ ਓਟਵਾ ਦੇ। ਉਹ ਲਗਭਗ 300 ਵਿੱਚੋਂ ਮੇਰੇ ਖਿਆਲ 290 ਨੇ ਕਿਹਾ ਵੀ ਅਸੀਂ ਆਪ ਦੀ ਫੰਡਿੰਗ ਵੀ ਕਰਦੇ ਹਾਂ ਅਤੇ ਆਪ ਅਸੀਂ ਜਿਤਾਉਣੀ। ਅਸੀਂ ਅਕਾਲੀਆਂ ਨੂੰ ਵੀ ਦੇਖ ਲਿਆ ਅਤੇ ਕਾਂਗਰਸੀਆਂ ਨੂੰ ਵੀ ਬੜੇ ਪੈਸੇ ਵੀ ਦਿੱਤੇ ਹੈਗੇ।
ਤੇ ਉਦੋਂ ਮੋਮੈਂਟਮ ਬਹੁਤ ਸੀ। ਅਨਫੋਰਚੂਨੇਟਲੀ ਇੱਦਾਂ ਦੀਆਂ ਡਿਵੈਲਪਮੈਂਟਸ ਹੋਈਆਂ, ਆਪਾਂ ਪਿਛਲੀਆਂ ਨੂੰ ਛੱਡ ਦਿੰਦੇ ਹੈਗੇ। ਹੁਣ ਇਸ ਤਰ੍ਹਾਂ ਦੀ ਕੋਈ ਅਨਫੋਰਸੀਨ ਡਿਵੈਲਪਮੈਂਟ ਤਾਂ ਨਹੀਂ ਹੋਏਗੀ ਜਿਹੜੀਆਂ ਹੁਣ ਅਗਲੇ ਸਾਲ ਇਲੈਕਸ਼ਨ ਹੋਣੀ ਹੈਗੀ? ਦੇਖੋ, ਸਾਰੀਆਂ ਪਾਰਟੀਆਂ ਗਲਤੀਆਂ ਕਰਦੀਆਂ। ਹਾਂਜੀ। ਆਮ ਆਦਮੀ ਪਾਰਟੀ ਨਵੀਂ ਸੀਗੀ, ਹਾਂਜੀ। ਉਹਦੇ ਚ ਬਹੁਤ ਸਾਰੀਆਂ ਹੋ ਗਈਆਂ ਗਲਤੀਆਂ ਉਹਨਾਂ ਤੋਂ, ਲੇਕਿਨ ਐਤਕੀ ਹਾਂਜੀ ਉਹ ਕਹਿੰਦੇ ਨਾ ਦੁੱਧ ਦਾ ਫੂਕਿਆ ਤੇ ਪਾਣੀ ਜਾਂ ਲੱਸੀ ਨੂੰ ਵੀ ਫੂਕਾ ਮਾਰ ਮਾਰ। ਹਾਂਜੀ ਹਾਂਜੀ। ਤੇ ਉਹ ਜਿਹੜੀਆਂ ਗਲਤੀਆਂ ਕੋਈ ਵੀ ਇਨਸਾਨ ਕਰ ਸਕਦਾ, ਇਨਸਾਨ ਆ ਹੁਣ ਪਾਰਟੀ ਕੌਨਸ਼ੀਅਸ ਹੈ ਲੇਕਿਨ ਮਤਲਬ। ਉਹ ਕੋਸ਼ਿਸ਼ ਕੀਤੀ ਹੁਣ ਜਾ ਰਹੀ ਪਾਰਟੀ ਵੱਲੋਂ ਕਿ ਕੋਈ ਵੀ ਐਸੀ ਗਲਤੀ ਨਾ ਹੋਵੇ ਜਿਹਦੇ ਵਿੱਚ ਪਾਰਟੀ ਨੂੰ ਇਲੈਕਸ਼ਨਾਂ 'ਚ ਨੁਕਸਾਨ ਹੋਵੇ, ਔਰ ਸਹੀ ਤਰੀਕੇ ਨਾਲ ਸਹੀ ਢੰਗ ਦੇ ਨਾਲ ਕੰਮ ਕੀਤਾ ਜਾਏ, ਔਰ ਇਲੈਕਸ਼ਨ ਨੂੰ ਇਸ ਨੂੰ ਜਿੱਤਿਆ ਜਾਏ ਕਿਸੇ ਵੀ ਤਰੀਕੇ ਨਾਲ, ਔਰ ਇਮਾਨਦਾਰੀ ਦੇ ਨਾਲ। ਜਿਹੜੀ ਹੁੰਦੀ ਆ ਨਾ, ਤੁਸੀਂ ਦੇਖਿਆ ਹੀ ਆ ਦਿੱਲੀ ਦੇ ਵਿੱਚ ਸਰਕਾਰ ਕੇਜਰੀਵਾਲ ਸਾਹਿਬ ਚਲਾ ਰਹੇ ਆ। ਔਰ ਮੈਂ ਸਮਝਦਾ ਕਿ ਅੱਜ ਦੀ ਡੇਟ ਦੇ ਵਿੱਚ ਅਗਰ ਇੰਡੀਆ ਜਿਹੜਾ ਆ, ਇੰਡੀਆ ਨੂੰ ਬਚਾਉਣਾ ਆ, ਤੇ ਸਾਡੇ ਜਿਹੜੇ ਆਨਰੇਬਲ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਆ, ਇਸ ਤਰ੍ਹਾਂ ਦੇ ਬੰਦਿਆਂ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਿਠਾਉਣਾ ਚਾਹੀਦਾ ਜੇ ਦੇਸ਼ ਨੂੰ ਬਚਾਉਣਾ, ਨਹੀਂ ਤੇ ਦੇਸ਼ ਵਿਕਿਆ ਹੀ ਖੜਾ ਆ। ਬਿਲਕੁਲ ਗੱਲ ਠੀਕ ਹੈ। ਦੇਖੋ, ਚਾਹੇ ਮੈਂ ਵੱਖ-ਵੱਖ ਪੋਲੀਟੀਕਲ ਲੀਡਰ ਦੇ ਇੰਟਰਵਿਊ ਕਰਦਾ ਰਹਿਣਾ, ਉਹ ਪੋਲੀਟਿਕਸ ਦੇਖਦਾ ਰਹਿਣਾ, ਇਹਦੇ ਵਿੱਚ ਤਾਂ ਕੋਈ ਸ਼ੱਕ ਵਾਲੀ ਗੱਲ ਨਹੀਂ। ਜੋ ਕੇਜਰੀਵਾਲ ਸਾਹਿਬ ਨੇ ਦਿੱਲੀ 'ਚ ਇਹ ਕੰਮ ਕਰਕੇ ਦਿਖਾਇਆ, ਔਰ ਇਸ ਲੈਵਲ ਦਾ ਕੰਮ ਹੈਗਾ ਜਿਹੜਾ ਕਿਸੇ ਵੀ ਸਟੇਟ ਵਿੱਚ ਨਾ ਹੁਣ ਤੱਕ ਹੋਇਆ ਹੈਗਾ, ਨਾ ਹੀ ਮੇਰੇ ਖਿਆਲ ਸ਼ਾਇਦ ਮੁੜ ਕੇ ਹੋਏਗਾ। ਪੰਜਾਬ ਵਿੱਚ ਸੋਢੀ ਸਾਹਿਬ, ਜਿਵੇਂ ਤੁਸੀਂ ਕਿਹਾ ਹੈਗਾ, ਜਿਵੇਂ ਬੇਰੁਜ਼ਗਾਰੀ, ਕਰਪਸ਼ਨ, ਕਿਹੜਾ ਹੈਗਾ ਚੀਜ਼ ਜਿਹੜੀ ਹੈ ਨਹੀਂ। ਬੱਚੇ ਸਾਰੇ ਸਾਡੇ ਕੈਨੇਡਾ ਜਾ ਰਹੇ ਹੈਗੇ ਆ, ਸਾਰੇ ਇੱਥੇ ਜਿਹੜੇ ਮੀਆਂ ਬੀਵੀ ਰਹਿ ਗਏ, ਸਾਰੇ ਬੱਚਿਆਂ ਦੇ ਬਾਹਰ ਹੈਗੇ ਆ, ਕਿਉਂਕਿ ਇੱਥੇ ਕੋਈ ਨੌਕਰੀ ਰੁਜ਼ਗਾਰ ਇਸ ਤਰ੍ਹਾਂ ਦਾ ਇੰਪਲੋਇਮੈਂਟ ਨਹੀਂ ਹੈਗਾ। ਇਹ ਜਿਹੜੀਆਂ 4 5 6 ਜਿਹੜੇ ਮੇਨ ਪੁਆਇੰਟਸ ਤੁਹਾਡੇ ਮੈਨੀਫੈਸਟੋ ਦੇ, ਕਿਹੜੇ ਲੈ ਕੇ ਆਓਗੇ ਤੁਸੀਂ ਪੰਜਾਬ ਲਈ? ਦੇਖੋ, ਸਭ ਤੋਂ ਵੱਡੀ ਗੱਲ ਤਾਂ ਹੈਗੀ ਬੇਰੁਜ਼ਗਾਰੀ। ਹਾਂਜੀ। ਤੁਸੀਂ ਬੇਰੁਜ਼ਗਾਰੀ ਨੂੰ ਦੂਰ ਕਰਨ ਲੱਗ ਜਾਓ ਨਾ, ਤੇ ਅੱਧੀ ਦੁਨੀਆ ਕੈਨੇਡਾ ਨਹੀਂ ਜਾਊਗੀ। ਹਾਂਜੀ। ਨੰਬਰ 2 ਐਜੂਕੇਸ਼ਨ ਦੇ ਨਾਲ ਨਾਲ ਹੈਲਥ ਸਿਸਟਮ। ਹਾਂਜੀ। ਅਸੀਂ ਕੈਨੇਡਾ ਕਿਉਂ ਜਾਂਦੇ ਆ? ਲੋਕ ਸਾਰੇ ਕੀ ਆ ਕਿ ਉੱਥੇ ਚੰਗੀ ਐਜੂਕੇਸ਼ਨ ਆ, ਚੰਗੀ ਹੈਲਥ ਸਿਸਟਮ ਆ, ਨੌਕਰੀ ਮਿਲਦੀ ਆ, ਰੋਟੀ ਪਾਣੀ ਖਾਣ ਨੂੰ ਮਿਲਦਾ, ਹਾਈ ਥੋੜੀ ਜਿਹੀ ਜਿਹੜੀ ਲਿਵਿੰਗ ਸਟੈਂਡਰਡ ਆ ਬਹੁਤ ਅੱਛਾ ਆ। ਤੇ ਜਦ ਇੱਥੇ ਉਹ ਚੀਜ਼ਾਂ ਜੇ ਮਿਲਣ ਲੱਗ ਜਾਣ ਤੇ ਫਿਰ ਬੰਦਾ ਥੋੜਾ ਕੈਨੇਡਾ ਨੂੰ ਜਾਏਗਾ। ਆਪਣਾ ਜੇ ਅਸੀਂ ਪਿੰਡ 'ਚ ਰਹਿੰਦੇ ਹੋਈਏ ਨਾ, ਤੇ ਸ਼ਹਿਰ ਆ ਜੀ, ਅਸੀਂ ਪਿੰਡ ਨੂੰ ਭੱਜੀ ਜਾ ਕੇ ਜੀ ਉੱਥੇ ਲੱਗਦਾ। ਠੀਕ ਆ ਨਾ? ਤੇ ਜਦੋਂ ਤੁਸੀਂ ਸ਼ਹਿਰ ਆ ਕੇ ਰਹਿਣ ਲੱਗ ਜਾਓ ਤੇ ਫੇਰ ਬੰਦਾ ਪਿੰਡ ਨਹੀਂ ਜਾਂਦਾ, ਕਹਿੰਦਾ ਮੇਰਾ ਸ਼ਹਿਰ ਜੀ ਲੱਗਦਾ। ਹੁਣ ਜਿਹੜਾ ਬੰਦਾ ਇੰਡੀਆ 'ਚ ਰਹਿੰਦਾ, ਇੰਡੀਆ ਤੋਂ ਕੈਨੇਡਾ ਜਾ ਕੇ ਰਹਿਣ ਲੱਗ ਜਾਂਦਾ, ਉਹ ਜਦੋਂ ਉੱਥੇ ਲਿਵਿੰਗ ਸਟੈਂਡਰਡ ਦੇਖਦਾ, ਉੱਥੇ ਫੈਸਿਲਿਟੀਜ਼ ਦੇਖਦਾ, ਤੇ ਉਹ ਇਸ ਕਰਕੇ ਜਾਂਦੇ। ਜੇ ਉਹ ਚੀਜ਼ ਉਹਨੂੰ ਮਿਲਣ ਲੱਗ ਜਾਏ ਇੱਥੇ, ਮੇਰਾ ਖਿਆਲ ਆ ਕਿ ਬੱਚੇ ਜਿਹੜੇ ਆ ਉਹ ਫਿਰ ਕੈਨੇਡਾ ਨਹੀਂ ਜਾਣਗੇ। ਨੌਕਰੀ ਕਰਕੇ ਜਾਂਦੇ ਨਾ ਕਿ ਇੱਥੇ ਰੋਟੀ ਨਹੀਂ ਮਿਲਣੀ। ਇਸ ਕਰਕੇ ਰੋਟੀ ਦੀ ਤਲਾਸ਼ ਦੇ ਵਿੱਚ ਸਭ ਜਾਂਦੇ ਆ। ਕੋਈ ਬੰਬੇ ਜਾਂਦਾ, ਕੋਈ ਕਿਤੇ ਜਾਂਦਾ, ਕੋਈ ਦੁਬਈ ਜਾਂਦਾ, ਕੋਈ ਕੈਨੇਡਾ ਜਾਂਦਾ, ਕੋਈ ਆਸਟ੍ਰੇਲੀਆ ਜਾਂਦਾ, ਜਾਂਦੇ ਸਾਰੇ ਹੀ ਰੋਟੀ ਦੀ ਤਲਾਸ਼ 'ਚ। ਹਾਂਜੀ ਹਾਂਜੀ ਹਾਂਜੀ। ਇਹ ਹੁਣ ਪੰਜਾਬ ਦੀ ਤੁਹਾਡੀ ਜਿਹੜੀ ਯੂਨਿਟ ਹੈਗੀ ਆ, ਭਗਵੰਤ ਮਾਨ ਆ ਤੇ ਬਰਸਟ ਸਾਹਿਬ ਆ, ਜਾਂ ਹੋਰ ਜਿਹੜੇ ਤੁਹਾਡੇ ਪੰਜਾਬ ਦੇ ਇਸ ਵੇਲੇ ਕਾਰਜਕਰਤਾ ਜਾਂ ਲੀਡਰ ਤੋਂ ਉਹ ਦੇਖਦੇ ਹੈਗੇ ਆ, ਉਹਨਾਂ ਦਾ ਫਿਰ ਕੀ ਆਪਸ ਵਿੱਚ ਕਿੰਨੀ ਕੋਆਰਡੀਨੇਸ਼ਨ ਆ? ਦਿੱਲੀ ਵਾਲਿਆਂ ਨਾਲ ਕਿੰਨੀ ਕੁ ਹੈਗੀ ਆ? ਕੀ ਕੁਛ ਹੁਣ ਤੁਸੀਂ ਕਿਵੇਂ ਪਬਲਿਸਿਟੀ ਕਰਨ ਬਾਰੇ ਸੋਚਦੇ ਹੋ? ਦੇਖੋ, ਦਿੱਲੀ ਵਾਲਿਆਂ ਦੀ ਜੋ ਮੈਂ ਦੇਖਦਾ ਇੰਨੀ ਇੰਟਰਫੇਰੈਂਸ ਨਹੀਂ ਹੈਗੀ ਹੁਣ। ਅੱਛਾ ਜੀ। ਜੋ ਪਿਛਲੇ ਸੀਗੀ, ਜੋ ਪਿਛਲੇ ਵਿੱਚ ਉਹ ਨਹੀਂ ਹੈਗੀ। ਹੁਣ ਜੇ ਪ੍ਰੈਜ਼ੀਡੈਂਟ ਆ ਤੇ ਪ੍ਰੈਜ਼ੀਡੈਂਟ ਨੂੰ ਉਹਨਾਂ ਨੇ ਪੂਰਾ ਲਗਭਗ ਇੰਡੀਪੈਂਡੈਂਟ ਕੀਤਾ ਹੈਗਾ। ਕੰਮ ਕਰੋ, ਦੇਖੋ, ਤੇ ਜੋ ਚੰਗਾ ਹੋ ਸਕਦਾ ਲੋਕਾਂ ਲਈ ਉਹ ਕਰੋ। ਤੇ ਇਸ ਕਰਕੇ ਮੇਰਾ ਖਿਆਲ ਆ ਕਿ ਉਹ ਚੀਜ਼ਾਂ ਜਿਹੜੀਆਂ ਪੁਰਾਣੇ ਟਾਈਮ 'ਚ ਗਲਤੀਆਂ ਹੋਈਆਂ, ਇਹਨਾਂ ਤੋਂ ਹੋ ਜਾਂਦੀਆਂ ਹਰ ਇੱਕ, ਕੋਈ ਗੱਲ ਨਹੀਂ, ਉਹ ਇਨ ਫਿਊਚਰ ਬਹੁਤ ਨਹੀਂ ਹੋਣਗੀਆਂ, ਘੱਟ ਹੋਣਗੀਆਂ। ਉਹ ਵੀ ਇਦਾਂ ਦੀ ਕੋਈ ਗਲਤੀ ਨਹੀਂ ਹੋਏਗੀ ਜਿੰਨਾ ਕਿ ਪੋਲੀਟੀਕਲੀ ਨੁਕਸਾਨ ਹੋਏ ਪਾਰਟੀ ਨੂੰ। ਕੋਈ ਕਿੱਦਾਂ ਹੋ ਜਾਂਦੀਆਂ ਪਰਸਨਲ ਕਈ ਗੱਲਾਂ ਹੁੰਦੀਆਂ, ਕੁਛ ਕਹੀ ਜਾਂਦੀ। ਕਈ ਵਾਰੀ ਕੀ ਹੁੰਦਾ, ਅਣਜਾਣੇ 'ਚ ਕੋਈ ਗੱਲ ਕਹੀ ਜਾਂਦੀ ਆ, ਉਹ ਕਈ ਵਾਰੀ ਮੁੱਦਾ ਬਣਾ ਲੈਂਦੀਆਂ ਪਾਰਟੀਆਂ। ਉਹ ਇਸ ਤਰ੍ਹਾਂ ਦੀ ਹਰ ਚੀਜ਼ ਨੂੰ ਅਵੋਇਡ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ। ਇਹ ਵੱਖ-ਵੱਖ ਪੋਲੀਟੀਕਲ ਪਾਰਟੀਆਂ ਦੇ ਲੀਡਰ, ਸੀਨੀਅਰ ਲੀਡਰ, ਜਦੋਂ ਇਹ ਹੁਣ ਉਹਨਾਂ ਨੂੰ ਫੀਲ ਹੋਏਗਾ ਵੀ ਕੇਜਰੀਵਾਲ ਸਾਹਿਬ ਫਿਰ ਪੰਜਾਬ ਵਿੱਚ ਧਾਵਾ ਬੋਲ ਸਕਦੇ, ਉਹਨਾਂ ਦੀ ਸਰਕਾਰ ਬਣ ਸਕਦੀ ਹੈਗੀ ਆ,
ਉਹ ਵਨ ਵੇ ਔਰ ਦੀ ਅਦਰ ਉਹਨਾਂ ਨੂੰ ਡੀਫੇਮ ਕਰਨੇ ਦੀ ਪੁਰਜ਼ੋਰ ਫਿਰ ਕੋਸ਼ਿਸ਼ ਕਰਨਗੇ। ਉਹਦੇ ਲਈ ਪਾਰਟੀ ਕਿਵੇਂ ਡਿਫੈਂਡ ਕਰੇਗੀ ਆਪਣੇ ਇਹ ਆਪ? ਦੇਖੋ ਜੀ ਭਾਰਤ ਜੀ, ਇਹ ਇੱਕ ਵਾਰੀ ਹੁੰਦੀ ਹੈ ਗੱਲ। ਤੁਸੀਂ ਇਦਾਂ ਬਾਰ-ਬਾਰ ਨਹੀਂ ਕਹਿ ਸਕਦੇ ਸ਼ੇਰ ਆ ਗਿਆ, ਸ਼ੇਰ ਆ ਗਿਆ। ਸ਼ੇਰ ਨੇ ਇੱਕ ਵਾਰੀ ਆਉਣਾ, ਇੱਕ ਵਾਰੀ ਆਉਣਾ, ਇੱਕ ਵਾਰ ਆ ਕੇ ਸਫਾਇਆ ਕਰ ਜਾਣਾ। ਹਾਂਜੀ ਤੇ ਹਾਂਜੀ। ਹੁਣ ਤਾਂ ਇਹ ਹੈ ਨਹੀਂਗਾ ਜੀ, ਮਤਲਬ ਗੱਲ ਲੋਕ ਸਮਝ ਗਏ ਆ। ਲੋਕ ਸਮਝ ਗਏ ਆ ਕਿ ਜਦੋਂ ਇਲੈਕਸ਼ਨ ਹੁੰਦੀ ਆ ਅਕਾਲੀ ਕਾਂਗਰਸੀ ਇਕੱਠੇ ਹੋ ਜਾਂਦੇ ਆ ਬਿਲਕੁਲ। ਔਰ ਇਹ ਆਪਣੇ ਆਮ ਆਦਮੀ ਪਾਰਟੀ ਨੂੰ ਹਰਾਉਣ ਦੇ ਲਈ ਵੋਟਾਂ ਵੀ ਆਪਣੀਆਂ ਸ਼ਿਫਟ ਕਰ ਜਾਂਦੇ ਆ। ਬਿਲਕੁਲ ਠੀਕ। ਹੁਣ ਲੋਕਾਂ ਨੇ ਮਨ ਬਣਾਇਆ, ਉਹਨਾਂ ਨੂੰ ਪਾਰਟੀ ਨਾਲ ਨਹੀਂ ਮਤਲਬ ਹੈਗਾ। ਲੋਕਾਂ ਨੂੰ ਪਾਰਟੀ ਕਿਹੜੀ ਅੱਛੀਆਂ ਚੀਜ਼ਾਂ ਦਿੰਦੀ, ਅੱਛੀ ਐਡਮਿਨਿਸਟ੍ਰੇਸ਼ਨ ਦਿੰਦੀ, ਨੌਕਰੀਆਂ ਦਿੰਦੀ, ਰੋਟੀ ਖਾਣ ਨੂੰ ਦਿੰਦੀ ਆ। ਲੋਕਾਂ ਨੂੰ ਉਹ ਪਾਰਟੀ ਚਾਹੀਦੀ ਆ। ਇਸ ਤਰ੍ਹਾਂ ਦੀਆਂ ਪਾਰਟੀਆਂ ਨਹੀਂ ਚਾਹੀਦੀਆਂ ਜਿਹਨਾਂ ਨੇ 70 ਸਾਲ ਰਾਜ ਕੀਤਾ ਤੇ ਹੱਲੇ ਵੀ ਝੂਠ ਮਾਰੀ ਜਾ ਰਹੇ ਆ ਔਰ ਕਹੀ ਜਾ ਰਹੇ ਅਸੀਂ ਆਹ ਕਰ ਦੇਣਾ, ਫਲਾਣਾ ਕਰ ਦੇਣਾ। ਇਲੈਕਸ਼ਨ ਤੋਂ 4 ਸਾਲ ਪਹਿਲਾਂ ਜੋ ਗੱਲਾਂ ਕਹੀਆਂ ਸੀ ਹੱਲੇ ਤੱਕ ਨਹੀਂ ਤੁਸੀਂ ਪੂਰੀਆਂ ਕਰਦੇ। ਤੇ ਹੁਣ ਜਦੋਂ ਲਾਸਟ ਈਅਰ ਆ ਗਿਆ, ਹੁਣ ਤੁਸੀਂ ਕਹਿੰਦੇ ਅਸੀਂ ਆਹ ਵੀ ਕਰ ਦੇਣਾ, ਅਸੀਂ ਆਹ ਵੀ ਕਰ ਦੇਣਾ, ਕਿਸਾਨਾਂ ਦੇ ਕਰਜ਼ੇ ਮਾਫ ਕਰ ਦੇਣੇ। ਤੇ ਜਿਹੜੇ ਪਹਿਲੇ 5-4 ਸੀਗੇ 4 ਸਾਲ, ਉਦੋਂ ਕਦੇ ਕਿਸਾਨ ਚਿੱਤੇ ਨਹੀਂ ਆਏ। ਚਲੋ ਇਹ ਕਿਸਾਨ ਤਾਂ ਸਾਡੇ ਘਰ ਦਾ ਇੱਕ ਸਾਡੀ ਜ਼ਿੰਦਗੀ ਆ। ਹਾਂਜੀ, ਇੱਕ ਲਾਸਟ ਸਵਾਲ ਹੈ। ਇਹ ਜਿਹੜੀ ਕਿਸਾਨੀ ਐਜੀਟੇਸ਼ਨ ਹੈ, ਅੰਦੋਲਨ, ਇਹ ਪਤਾ ਨਹੀਂ ਕਿੰਨੀ ਦੇਰ ਚੱਲਣਾ ਹੈਗਾ। ਕੇਜਰੀਵਾਲ ਸਾਹਿਬ ਹਾਲਾਂ 2-3 ਵਾਰੀ ਜਿੰਨਾ ਕੁ ਮੇਰੀ ਨੌਲੇਜ ਆ ਉੱਥੇ ਜਾ ਕੇ ਆਏ ਸੀ, ਆਪਣੇ ਸਿੰਘੂ ਬਾਰਡਰ 'ਤੇ ਜਾਂ ਦੂਸਰੇ ਬਾਰਡਰ 'ਤੇ। ਪੰਜਾਬ ਦਾ ਜਿਹੜਾ ਲੀਡਰ ਤਾਂ ਹੋਰ ਕੋਈ ਉੱਥੇ ਡਰਦਾ ਮਾਰਾ ਗਿਆ ਹੀ ਨਹੀਂ ਹੈਗਾ। ਅਤੇ ਇਹ ਕਿਸਾਨੀ ਐਜੀਟੇਸ਼ਨ ਦਾ ਪੰਜਾਬ ਵਿੱਚ ਪੋਲੀਟੀਕਲੀ ਤੁਹਾਨੂੰ ਕਿੰਨਾ ਕੁ ਵੋਟ ਵਿੱਚ ਜਾਂ ਇਲੈਕਸ਼ਨ ਵਿੱਚ ਫਾਇਦਾ ਦੇ ਸਕਦਾ ਹੈਗਾ? ਪਰ ਜੀ ਦੇਖੋ, ਮੈਂ 2 ਵਾਰੀ ਜਾ ਕੇ ਆਇਆ, 3 ਵਾਰੀ ਜਾ ਕੇ ਆਇਆ। ਅੱਛਾ, ਤੁਸੀਂ ਜਾਏ ਹੈਗੇ? ਬਿਲਕੁਲ, ਮੈਂ ਲੋਹੜੀ ਵੀ ਉੱਥੇ ਮਨਾ ਕੇ ਆਇਆ। ਵਾਹ ਵਾਹ। ਕਿਸਾਨਾਂ ਦੇ ਵਿੱਚ। ਅੱਛਾ। ਔਰ ਪਹਿਲਾਂ ਵੀ ਜਾ ਕੇ ਆਇਆ ਮੈਂ ਉੱਥੇ। ਹਾਂਜੀ। ਔਰ ਕਿਸਾਨ ਤਾਂ ਡਟੇ ਤੇ ਅਸੀਂ ਵੀ ਨਾਲ ਹੀ ਖੜੇ ਆ। ਹਾਂਜੀ ਹਾਂਜੀ। ਜਦੋਂ ਵੀ ਇਹੀ ਲੋੜ ਆ ਤੇ ਅਸੀਂ ਵੀ ਜਾ ਕੇ ਉੱਥੇ ਪੂਰਾ ਪਹਿਰਾ ਦੇਣ ਲਈ ਤਿਆਰ ਆ, ਵਿੱਚ ਜਾਂਦੇ ਆ, ਹਨਾ। ਅੱਛਾ ਅੱਛਾ। ਦੂਜਾ ਜਿਹੜਾ ਗੱਲ ਇਦਾਂ ਆ ਕਿ ਜਦੋਂ ਆਪਣੇ ਘਰ ਦੇ ਬੱਚਿਆਂ ਨੂੰ ਰੋਟੀ ਨਾ ਮਿਲਦੀ ਹੋਵੇ, ਜਾਂ ਉਹਦੇ ਕੋਲ ਕੱਪੜੇ ਨਾ ਹੋਣ, ਜਾਂ ਉਹ ਕੋਈ ਤਕਲੀਫ ਦੇ ਵਿੱਚ ਹੋਵੇ, ਪਿਓ ਕਹਿੰਦਾ ਵੀ ਮੈਂ ਰੋਟੀ ਨਹੀਂ ਖਾਣੀ, ਮੇਰੇ ਮੁੰਡੇ ਬੱਚੇ ਨੂੰ ਮਿਲ ਜਾਏ। ਬਿਲਕੁਲ ਠੀਕ। ਤੇ ਜਿਹੜਾ PM ਹੁੰਦਾ ਨਾ, ਪ੍ਰਧਾਨ ਮੰਤਰੀ, ਉਹ ਸਾਡਾ ਪਿਓ ਹੁੰਦਾ। ਸਾਰਿਆਂ ਦਾ ਇੱਕ ਉਹਦੀ ਛਤਰ ਛਾਇਆ ਦੇ ਥੱਲੇ ਰਹਿੰਦੇ ਆ। ਤੇ ਜੇ ਪ੍ਰਧਾਨ ਮੰਤਰੀ ਜਿਹੜਾ ਕਹਿੰਦਾ ਹੋਵੇ ਮੈਂ ਤਾਂ ਫਕੀਰ ਆਦਮੀ ਹੂੰ, ਝੋਲਾ ਲੈ ਕਰ ਚਲੇ ਜਾਊਂਗਾ, ਉਹਨੂੰ ਦਿਖਦੇ ਨਹੀਂ ਗੇ ਇੰਨੇ ਚਿਰ ਹੋ ਗਿਆ, 6-6 7-7 ਮਹੀਨੇ ਤੋਂ ਕਿਸਾਨ 200-300 ਕਿਸਾਨ ਮਰ ਗਿਆ ਔਰ ਉਹਨਾਂ ਨੇ ਕਦੇ ਰਿਗਰੈਟ ਵੀ ਨਹੀਂ ਕੀਤਾ ਹੈਗਾ। ਹਾਂਜੀ। ਔਰ ਉਹ ਇੰਡੀਆ ਨੂੰ ਵੇਚਣ ਤੇ ਲੱਗੇ ਆ। ਔਰ ਰੀਸੈਂਟਲੀ ਤੁਸੀਂ ਸਟੇਡੀਅਮ ਦੇਖਿਆ ਹੋਵੇਗਾ, ਇੱਕ ਨਾ ਹੀ ਮੋਦੀ ਸਟੇਡੀਅਮ ਰੱਖ ਲਿਆ ਤੇ ਦੇਤਾ ਅਡਾਨੀ ਤੇ ਅੰਬਾਨੀ ਨੂੰ। ਤੇ ਇਹ ਫਿਰ ਜਿਹੜਾ ਦੇਸ਼ ਆ ਇਹ ਕਿਸ ਤਰ੍ਹਾਂ ਚੱਲੂਗਾ? ਔਰ ਜੇ ਇਸ ਤਰ੍ਹਾਂ ਦਾ ਅੰਦੋਲਨ ਨਾ ਹੋਵੇ, ਉਹ ਨਾ ਕਰਨ, ਤੇ ਇਹ ਤਾਂ ਮੈਨੂੰ ਲੱਗਦਾ 4 ਸਾਲਾਂ ਦੇ ਵਿੱਚ ਦੇਸ਼ ਨੂੰ ਵੇਚ ਜਾਂਦਾ। ਮੈਂ ਇੱਕ ਇੰਟਰਵਿਊ ਸੁਣੀ ਸੀਗੀ TV ਤੇ, ਮੋਦੀ ਜਦੋਂ TV ਤੇ ਕਿਸੇ ਚੈਨਲ ਤੇ ਦੇਖੀ ਸੀ, ਤੇ ਅੱਗੇ ਕੁਐਸਚਨਿੰਗ ਹੁੰਦੀ ਸੀਗੀ। ਇੱਕ ਲੜਕੇ ਨੇ ਕੋਈ ਕੁਐਸਚਨ ਕੀਤਾ ਤੇ ਉਹਨੇ ਕਿਹਾ ਬੜਾ ਪੋਲੀਟੀਕਲ ਕੁਐਸਚਨ ਕੀਤਾ, ਆਪ 2024 की तैयारी करो। ਇਹਦਾ ਮਤਲਬ ਕਿ ਮੋਦੀ ਨੂੰ ਪਤਾ ਸੀ 14 ਤੋਂ 24 ਤੱਕ ਮੈਂ ਰਹਿਣਾ, ਤੇ 14 ਤੋਂ 24 ਤੱਕ ਦੇਸ਼ ਨੂੰ ਤਾਂ ਮੈਂ ਵੇਚ ਜਾਣਾ, ਤੇ 24 ਚ ਇਹਨੂੰ ਮੈਂ ਕਹਿ ਦਿੰਦਾ ਆ ਤੂੰ 24 ਦੀ ਤਿਆਰੀ ਕਰ, ਤੇ 24 ਚ ਕਰੂ ਕੀ ਜਦੋਂ ਦੇਸ਼ ਹੀ ਨਹੀਂ ਰਹਿ ਜਾਊਗਾ। ਤਾਂ ਮੈਨੂੰ ਉਹ ਲੱਗਦਾ ਕਿ ਇਦਾਂ ਦੇ ਪ੍ਰਧਾਨ ਮੰਤਰੀ ਨੂੰ ਛੇਤੀ ਤੋਂ ਛੇਤੀ ਹਟਾ ਕੇ ਤੇ ਕੇਜਰੀਵਾਲ ਸਾਹਿਬ ਵਰਗੇ ਇਮਾਨਦਾਰ ਆਦਮੀ ਨੂੰ ਇਹ ਗੱਦੀ ਤੇ ਬਿਠਾਉਣਾ ਚਾਹੀਦਾ ਜੇ ਦੇਸ਼ ਨੂੰ ਬਚਾਉਣਾ। ਚਲੋ ਸੋਢੀ ਸਾਹਿਬ, ਆਪਾਂ ਆਸ਼ਾ ਕਰਦੇ ਹਾਂ ਤੁਸੀਂ ਇਸ ਫੀਲਡ ਵਿੱਚ ਵੀ, ਜਿਵੇਂ ਤੁਸੀਂ ਗਲੋਰੀਅਸ ਤਰੀਕੇ ਨਾਲ ਹਾਕੀ ਖੇਡੀ, ਪੁਲਿਸ ਦੀ ਡਟ ਕੇ ਨੌਕਰੀ ਕੀਤੀ, ਇਸ ਫੀਲਡ ਵਿੱਚ ਵੀ ਪਰਮਾਤਮਾ ਤੁਹਾਨੂੰ ਤਰੱਕੀਆਂ ਦੇਵੇਗਾ। ਤੁਸੀਂ ਸਾਡੇ ਨਾਲ ਗੱਲਬਾਤ ਕੀਤੀ, ਬਹੁਤ ਬਹੁਤ ਮਿਹਰਬਾਨੀ, ਧੰਨਵਾਦ। ਥੈਂਕ ਯੂ ਵੈਰੀ ਮਚ ਸਰ। ਥੈਂਕ ਯੂ ਜੀ ਭਾਰਤ ਜੀ। ਥੈਂਕ ਯੂ।